जी एन प्यार भरी सत श्री अकाल आदाब। मैं हाँ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ। ਵਾਟਸ ਦਾ ਰਣਜੀਤ ਨਿਗਾਰਾ? ਰਣਜੀਤ ਨਿਗਾਰਾ ਇਜ਼ ਦਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆਫ ਮੰਟਿਕਾ ਸਿਟੀ ਕੈਲੀਫੋਰਨੀਆ ਸਟੇਟ USA। ਜੀ ਹਾਂ ਜੀ ਜਿਹੜੀ ਸੈਕਿੰਡ ਅਸੀਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਆਪਾਂ ਖੁਸ਼ਖਬਰੀ ਦੇਣ ਵਾਲੇ ਹਾਂ, ਉਹ ਖੁਸ਼ਖਬਰੀ ਕੀ ਸੀ ਕਿ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ, ਜਿੱਥੇ ਕਿ ਅਸੀਂ ਤੁਹਾਨੂੰ ਲਾਸਟ ਮੰਥ ਅਪਡੇਟ ਦਿੱਤੀ ਸੀ ਕਿ ਇੱਕ ਘਰ ਜਿਹੜਾ ਸੀ ਉਹ ਜਿਹੜਾ ਗੁਰੂ ਘਰ ਵਾਸਤੇ ਖਾਲੀ ਕਰਾ ਲਿਆ ਗਿਆ ਹੈ, ਔਰ ਇਸੇ ਤਰ੍ਹਾਂ ਹੀ ਇੱਕ ਹੋਰ ਘਰ ਜਿਹੜਾ ਖਾਲੀ ਕਰਵਾ ਕੇ ਨਾਲ ਦੀ ਨਾਲ ਹੀ ਇੱਕ ਸ਼ਾਪ ਜਿਹੜੀ ਹੈ ਨੀਅਰੈਸਟ ਜਿਹੜੀ ਸ਼ਾਪ ਸੀ ਉਹ ਵੀ ਖਾਲੀ ਹੋ ਗਈ ਹੈ। ਸੋ ਤੁਸੀਂ ਬੋਰਡ ਵੀ ਦੇਖ ਸਕਦੇ ਹੋ ਦੁਬਾਰਾ ਤੋਂ ਨਵੇਂ ਸਿਰੇ ਤੋਂ ਪ੍ਰੋਪਰ ਰਣਜੀਤ ਨਿਗਾਰਾ ਦਾ ਲੱਗ ਚੁੱਕਿਆ, ਔਰ ਬੈਕ ਸਾਈਡ ਦੇ ਉੱਤੇ ਤੁਸੀਂ ਜਨਮ ਅਸਥਾਨ ਦੀਆਂ ਤਸਵੀਰਾਂ ਦੇਖ ਰਹੇ ਹੋ ਕਿ ਬਹੁਤ ਛੋਟੀ ਜਿਹੀ ਜਗ੍ਹਾ ਦੇ ਉੱਤੇ ਇਹ ਗੁਰੂ ਘਰ ਮੌਜੂਦ ਸੀ, ਜੋ ਕਿ ਪਿਛਲੇ 73 ਵਰਿਆਂ ਤੋਂ 74 ਵਰਿਆਂ ਤੋਂ ਚੱਲਿਆ ਆ ਰਿਹਾ ਸੀ। ਜਿਸ ਸ਼ੇਪ ਸੀ ਉਸੇ ਤਰ੍ਹਾਂ ਹੀ ਸੀ। ਫਿਰ ਕੁਛ ਦੇਰ ਬਾਅਦ ਸੰਗਤ ਪਿਸ਼ਾਵਰੀ ਸਿੰਘਾਂ ਨੇ ਰਲ ਕੇ ਇਸ ਜਗ੍ਹਾ ਦੀ ਸੇਵਾ ਕਰਵਾਈ, ਔਰ ਜੋ ਅੱਜ ਤੁਹਾਨੂੰ ਦਿਖ ਰਹੀ ਹੈ ਇਹ ਬਹੁਤ ਮਾਡਰਨ ਹੈ, ਉਹ ਉਸ ਤਰ੍ਹਾਂ ਦੀ ਨਹੀਂ ਹੈ, ਕਿਉਂਕਿ ਇੱਥੇ ਇੱਕ ਸਿਰਫ ਫਲੈਟ ਜਿਹਾ ਇੱਕ ਡੋਮ ਸੀ ਔਰ ਛੋਟੀ 10 ਬਾਏ 10 ਦੀ ਜਿਹੜੀ ਸੀ ਜਗ੍ਹਾ ਸੀ। ਇਹ ਜਗ੍ਹਾ ਜਿਹੜੀ ਹੈ ਖਾਲਸਾ ਪੰਥ ਵਾਸਤੇ ਜਿਹੜੀ ਹੈ ਪੂਜਨਯੋਗ ਹੈ, ਔਰ ਬਹੁਤ ਹੀ ਜ਼ਿਆਦਾ ਇਹਦੀ ਤੁਸੀਂ ਕਹਿ ਲਵੋ ਕਿ ਇੱਕ ਰਿਸਪੈਕਟ ਹੈ। ਖਾਲਸਾ ਪੰਥ ਦੇ ਵਿੱਚ ਘੱਟ ਲੋਕਾਂ ਨੂੰ ਪਤਾ ਸੀ ਕਿ ਮਾਤਾ ਸਾਹਿਬ ਕੌਰ ਜੀ ਦਾ ਜਿਹੜਾ ਜਨਮ ਹੈ ਉਹ ਕਿਹੜੀ ਜਗ੍ਹਾ ਦੇ ਉੱਤੇ ਹੋਇਆ ਸੀ। ਅਤੇ ਆਪਾਂ ਤੁਹਾਨੂੰ ਲਾਸਟ ਐਪੀਸੋਡ ਦੇ ਵਿੱਚ ਦਿਖਾਇਆ ਸੀ ਕਿ ਇੱਕ ਘਰ ਜਿਹੜਾ ਉਹ ਖਾਲੀ ਹੋ ਚੁੱਕਿਆ ਹੈ। ਠੀਕ ਹੈ ਜੀ, ਮਸ਼ਾਵਰਤ ਦੇ ਨਾਲ ਉਹ ਲੋਕਾਂ ਦੇ ਨਾਲ ਬੈਠ ਕੇ ਸਾਂਝ ਕੀਤੀ ਗਈ ਹੈ, ਔਰ ਉਹ ਜਿਹੜੇ ਘਰ ਅੱਗੇ ਸਨ ਜਿਨ੍ਹਾਂ ਦੀ ਬਾਰੇ 'ਚ ਗੱਲ ਕਰ ਰਹੇ ਸਾਂ ਸੀ ਕਿ ਵੀ ਸਾਡੇ ਅਗਲੇ ਘਰ ਜਿਹੜੇ ਨੇ ਅਗਰ ਹੋਣਗੇ ਅਤੇ ਨਾਲ ਮਿਲਣਗੇ ਅਤੇ ਫਿਰ ਆਪਾਂ ਉੱਥੇ ਗੁਰੂ ਘਰ ਜਿਹੜਾ ਉਹ ਸਾਰ ਸਕਾਂਗੇ। ਹੁਣ ਸਾਡੇ ਕੋਲ ਇੰਨੀ ਜਗ੍ਹਾ ਹੈਗੀ ਹੈ ਕਿ ਜਿਹਦੇ 'ਚ ਗੁਰੂ ਘਰ ਜਿਹੜਾ ਉਹ ਸਾਰਿਆ ਜਾ ਸਕਦਾ ਹੈ, ਅਤੇ ਇਹਦੇ ਪਿੱਛੇ ਬਹੁਤ ਵੱਡੀ ਐਫਰਟ ਹੈ। ਅਸੀਂ ਸਾਰੀ ਅਪਡੇਟ ਜਿਹੜੀ ਹੈ ਉਹ ਰਾਜਾ ਵਕਾਰ ਸਾਹਿਬ ਕੋਲੋਂ ਲੈਂਦੇ ਹਾਂ, ਔਰ ਉਹ ਸਾਨੂੰ ਦੱਸਦੇ ਨੇ ਕਿ ਵੀ ਕਿਸ ਤਰੀਕੇ ਨਾਲ ਇਹ ਸਾਰਾ ਪ੍ਰੋਸੈਸ ਜਿਹੜਾ ਹੋਇਆ ਔਰ ਕਿਸ ਤਰੀਕੇ ਨਾਲ ਆਪਾਂ ਅੱਗੇ ਜਾ ਰਹੇ ਹਾਂ ਔਰ ਕੀ ਕਰਾਂਗੇ। ਜੀ अस्सलाम वालेकुम जी। वालेकुम सलाम शाहिद शबीर साहब, बहुत शुक्रिया। एक तो तुसाने फिर खिदमत का मौका दिता कि तुहानू जन्म अस्थान माता साहब का जिहड़ा कॉम्पलैक्स जिहड़ा साडा एक ख्वाब सी जिहड़ा पूरा होवे कि साडे रीजन दे विच जिहड़ी कहदा एक बड़ी अहम जगह वै उसकी अहमियत नूं समझदे होया ते इत्थे एक्टिविटी होए ते संगतां साडे शहर आवन ते उहदे नाल इत्थे ज़्यादा इस दे विच साडे इलाके की पहचान होवे ते उहदा अलहमदुलिल्लाह सिख संगतां नूं बहुत बहुत मुबारक होए कि पिछले जिस वक्त असी आए सां पिछला प्रोग्राम कीता सी पिछले महीने ते उस वक्त ਜਿਹੜੀ ਪ੍ਰਵੀਨ ਸਾਹਿਬਾ ਸਨ ਉਹਨਾਂ ਦਾ ਘਰ ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸੀ, ਉਹ ਅਸਾਂ ਲੈ ਕੇ ਡਿਮੋਲਿਸ਼ ਕੀਤਾ। ਇਸ ਦੇ ਵਿੱਚ ਤੁਹਾਨੂੰ ਉਦੋਂ ਵੀ ਜ਼ਿਕਰ ਕੀਤਾ ਸੀ ਕਿ ਤੁਸੀਂ ਹੁਣ ਨੈਕਸਟ ਪ੍ਰੋਗਰਾਮ ਵਿੱਚ ਦੇਖੋਗੇ ਨਵੀਂ ਖੁਸ਼ਖਬਰੀ ਹੈ ਪੂਰੀ ਕਰਦਾ ਸਿੱਖ ਬਰਾਦਰੀ ਵਾਸਤੇ, ਸਿੱਖ ਕਮਿਊਨਿਟੀ ਦੇ ਵਾਸਤੇ ਹੈ ਕਿ ਅੱਜ ਅਸੀਂ ਫਰੰਟ ਵਾਲੇ ਪਾਸੋਂ ਬਿਲਕੁਲ ਜੋੜਵਾਂ ਜਿਹੜਾ ਘਰ ਹੈ ਉਹ ਅਸੀਂ ਇਸ ਘਰ ਦੇ ਨਾਲ ਇਸ ਵਕਤ ਸਾਡੇ ਕੋਲ ਇਤਨੀ ਜਗ੍ਹਾ ਆ ਚੁੱਕੀ ਹੈ ਕਿ ਅਸੀਂ ਤਕਰੀਬਨ ਗੁਰਦੁਆਰਾ ਸਾਹਿਬ ਵਾਲੀ 10 ਫੁੱਟ ਦੀ ਵੀ ਜਗ੍ਹਾ ਮਿਲਾਈਏ ਅਤੇ ਨਾਲ ਅਸੀਂ ਇਸ ਕਮਰਸ਼ੀਅਲ ਦੁਕਾਨ ਨੂੰ ਵੀ ਮਿਲਾਈਏ ਅਤੇ 40 ਫੁੱਟ ਸਾਡੇ ਕੋਲ ਇਸ ਦਾ ਮੱਥਾ ਆ ਗਿਆ ਅਤੇ ਜਿਹੜਾ ਤਕਰੀਬਨ 100 ਫੁੱਟ ਡੂੰਘਾ ਪਿਛਲੇ ਪਲਾਟ ਦੇ ਨਾਲ। ਬਲਕਿ ਆਓ ਤੁਹਾਨੂੰ ਉਸ ਸਾਈਡ ਦਾ ਕਦੇ ਦਿਖਾਉਂਦੇ ਹਾਂ ਕਿ ਇਹ ਫਰੰਟ ਦੇ ਉੱਪਰ ਇੱਕ ਕਮਰਸ਼ੀਅਲ ਜਿਹੜੀ ਦੁਕਾਨ ਸੀ ਇਹ ਵੀ ਇਸ ਦੇ ਵਿੱਚ ਬਾਰਿਸ਼ ਹੋ ਰਹੀ ਸੀ ਅਤੇ ਜਿਸ ਦੀ ਵਜ੍ਹਾ ਤੋਂ ਇਹ ਕੰਧ ਰੋਕੀ ਹੋਈ ਹੈ। ਕੱਲ੍ਹ ਇਸ ਦਾ ਕੰਮ ਹੋ ਜਾਏਗਾ ਅਤੇ ਇਹ ਇੱਥੋਂ ਲੈ ਕੇ ਉਸ ਗੁਰਦੁਆਰਾ ਸਾਹਿਬ ਤੱਕ ਤਕਰੀਬਨ ਇਸ ਵਕਤ ਤੁਹਾਡੇ ਕੋਲ 40 ਫੁੱਟ ਦਾ ਫਰੰਟ ਆ ਗਿਆ। ਇਸ ਨੂੰ 40 ਫਰੰਟ ਤੋਂ ਲੈ ਕੇ ਅਸੀਂ ਇਸ ਨੂੰ ਪਿਛਲੇ ਪਾਸੇ ਜਾਂਦੇ ਹਾਂ ਅਤੇ ਸਭ ਇਹ ਤਕਰੀਬਨ 100 ਫੁੱਟ ਸਾਡੇ ਪਿਛਲੇ ਪਲਾਟ ਦੇ ਨਾਲ ਜਾ ਕੇ ਹੋ ਜਾਂਦਾ ਵੈ। ਇਹ ਉਹ ਹੈ ਵੇ ਜੀ ਜਿਹੜੇ ਇੱਥੇ ਬਾਅਦ ਵਿੱਚ 74 ਸਾਲ ਬਾਅਦ ਮੁਖਤਲਿਫ ਅਦਵਾਰ ਦੇ ਵਿੱਚ ਜਿਹਦੇ 'ਚ ਕੰਸਟਰਕਸ਼ਨ ਹੁੰਦੀਆਂ ਰਹੀਆਂ, ਲੇਕਿਨ ਇਸ ਦੀ ਅਸਲ ਜਿਹੜੀ ਦੀਵਾਰ ਹੈ ਜਿਹੜਾ ਇਸ ਦਾ ਗੁਰਦੁਆਰਾ ਸਾਹਿਬ ਦੀ ਅਸਲ ਹਾਲਤ ਹੈ ਜੀ ਇਹ ਸਟਰਕਚਰ ਹੈ ਉਸਦਾ ਜਿਹੜਾ ਉਸਦੇ ਪਿੱਛੇ ਆ ਗਿਆ। ਹੁਣ ਇਹ ਪੋਜੀਸ਼ਨ ਹੈ ਜੀ ਕਿ ਤੁਸੀਂ ਇਸ ਨੂੰ ਗੁਰਦੁਆਰਾ ਸਾਹਿਬ ਦੇ ਚਾਰੋਂ ਤਰਫ ਦੇਖ ਸਕਦੇ ਹੋ ਕਿ ਇਹ ਉਸਦੀ ਹੈ ਵੈ ਮੌਜੂਦਾ ਸਿਚੁਏਸ਼ਨ। ਇਹ ਵਿੱਚੋਂ ਕੁਛ ਦਿਨ ਤੱਕ 2-4 ਦਿਨ ਤੱਕ ਇਹ ਸਫਾਈ ਹੋ ਜਾਣੀ ਹੈ ਅਤੇ ਅਸੀਂ ਇਹ ਪਿਛਲਾ ਜਿਹੜਾ ਪਲਾਟ ਹੈ ਇਸ ਦੇ ਨਾਲ ਕਰਕੇ ਇਸ ਨੂੰ ਲੈਵਲਿੰਗ ਕਰ ਦਿਆਂਗੇ ਅਤੇ ਫਿਰ ਸਾਡੇ ਕੋਲ ਇਹ ਪਿਛਲੇ ਪਾਸੇ ਸਾਡੀ ਪਾਰਕਿੰਗ ਦਾ ਜਿਹੜਾ ਸਾਈਡ ਹੈ ਉਹ ਸਾਰੀ ਮਿਲ ਮਿਲਾ ਕੇ ਅਤੇ ਸਾਡੇ ਕੋਲ ਇਸ ਵਕਤ ਤੱਕ ਤਕਰੀਬਨ ਸ਼ਾਇਦ ਸਾਹਿਬ
ਕੋਈ 4 4.5 ਕਨਾਲ ਜਗ੍ਹਾ ਜਿਹੜੀ ਨਾ ਤੇ ਪਿਛਲੀ ਵਾਰੀ ਤੇ ਸਾਡੇ ਕੋਲ 14 ਮਰਲੇ ਸੀ ਜੀ 14 ਮਰਲੇ ਸੀ, ਲੇਕਿਨ ਰੱਬ ਨੇ ਕੋਈ ਮਿਹਰਬਾਨੀ ਕੀਤੀ ਤੇ ਦਿਲਾਂ ਦੀਆਂ ਖੁਆਇਸ਼ਾਂ ਪੂਰੀਆਂ ਹੋਣਾ ਸ਼ੁਰੂ ਹੋਈਆਂ ਤੇ ਇਹ ਕਹਦਾ ਇਹ ਸਾਡੇ ਕੋਲ ਇਤਨੀ ਆ ਚੁੱਕੀ ਹੈ। ਹੁਣ ਜਿਹੜਾ ਸਾਡਾ ਇੱਕ ਅਗਲਾ ਫੇਸ ਹੈ, ਅਗਲੀ ਜਿਹੜੀ ਕਹਦਾ ਸਾਡੀ ਕਹਦਾ ਨਾ ਗੱਲਬਾਤ ਵੀ ਚੱਲ ਰਹੀ ਹੈ, ਉਹ ਇਸ ਘਰ ਦੇ ਨਾਲ ਚੱਲ ਰਹੀ ਹੈ ਜੀ। ਜਿਹੜਾ ਮੇਨ ਹੈ ਜੀ ਇਸ ਵਕਤ ਹੁਣ ਜਿਹੜਾ ਸਾਡਾ ਟਾਰਗੇਟ ਹੈ ਉਹ ਇਹ ਵਾਲਾ ਘਰ ਹੈ। ਇਹ ਸਾਡੇ ਦੋਸਤ ਨੇ, ਇਹਨਾਂ ਨਾਲ ਸਾਡੀ ਅੱਛੀ ਗੱਲਬਾਤ ਚੱਲ ਰਹੀ ਹੈ ਕਿ ਇਹ ਸਾਡੇ ਨਾਲ ਹੋ ਜਾਵੇ ਇਹਨਾਂ ਦੇ ਮਾਮਲਾਤ। ਆਇੰਦਾ ਆਉਣੇ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਮਜ਼ੀਦ ਖੁਸ਼ਖਬਰੀਆਂ ਦਿਆਂਗੇ। ਜਿਸ ਤਰ੍ਹਾਂ ਦੀ ਦੁਆਵਾਂ ਹੋਈਆਂ ਨੇ, ਜਿਸ ਤਰ੍ਹਾਂ ਦੀ ਇਹ ਕੰਮ ਦੁਆਵਾਂ ਤੋਂ ਬਗੈਰ ਮੁਮਕਿਨ ਨਹੀਂ ਸੀ ਔਰ ਤਾਂ ਹੀ ਜਾ ਕੇ ਹੋਇਆ ਵੈ ਕਿ ਇਹ ਸਾਰਾ ਭੈਣ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਔਰ ਕਾਮਨ ਵਰਕ ਹੋਣੇ ਦੇ ਨਾਲ ਇਸ ਵਕਤ ਅਸੀਂ ਇਸ ਪੋਜੀਸ਼ਨ ਤੇ ਆ ਗਏ ਹਾਂ ਕਿ ਖਾਲਸਾ ਪੰਥ ਦੇ ਵਾਸਤੇ ਅਸੀਂ ਤਕਰੀਬਨ 4.5 ਕਨਾਲ ਦੀ ਜਿਹੜੀ 10 ਬਾਏ 10 ਕਮਰੇ ਤੋਂ ਨਿਕਲ ਕੇ ਉਹ ਅਸੀਂ ਇਤਨੀ ਜਗ੍ਹਾ ਤੇ ਆ ਚੁੱਕੇ ਹਾਂ। ਬਹੁਤ ਵੱਡੀ ਐਫਰਟ ਹੈ ਤੇ ਇਹ ਜਲਦ ਜਿਸਲੇ ਇਸ ਦਾ ਕੋਈ ਮਾਸਟਰ ਪਲਾਨ ਹੈ ਜਿਹੜਾ ਉਹ ਆ ਜਾਏਗਾ ਤੇ ਉਹਦੇ ਤੇ ਖਾਲਸਾ ਪੰਥ ਨੂੰ ਕੀ ਇਸ ਵੇਲੇ ਮੈਸੇਜ ਦੇਣਾ ਚਾਹੋਗੇ? Please, ਖਾਲਸਾ mic ਪੰਥ ਨੂੰ ਇਹ ਕਵਾਂਗਾ ਕਿ ਜਿਹੜੀ ਸਾਡੀ ਇਹ ਜਿਹੜੀ ਰਣਜੀਤ ਨਗਾਰਾ NGO ਹੈ, ਜਿਹੜੀ ਇੱਕ ਨਾਨ ਪ੍ਰੋਫਿਟ NGO ਹੈ, ਇਸ ਨੂੰ, ਇਸ ਦੇ ਕੰਮ ਨੂੰ, ਇਸ ਨੂੰ ਸਾਰੇ ਨੂੰ ਤੁਸੀਂ ਮੋਨੀਟਰ ਕਰੋ, ਇਹਨੂੰ ਦੇਖੋ ਔਰ ਦੇਖੋ ਕਿ ਇਹ ਕੀ ਡਿਲੀਵਰ ਕਰਨਾ ਚਾਹੁੰਦੇ ਨੇ, ਇਹਨਾਂ ਦਾ ਪਲਾਨ ਕੀ ਹੈ, ਇਹ ਕੀ ਕਹਦਾ ਇੱਕ ਆਪਣਾ ਏਜੰਡਾ ਕੀ ਲੈ ਕੇ ਆਏ ਤੇ ਉਸ ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਵੱਧ ਚੜ ਕੇ ਹਿੱਸਾ ਲਵੋ, ਇਹਨਾਂ ਦੇ ਨਾਲ, ਇਹਨਾਂ ਦੇ ਕੰਮ ਦੇ ਨਾਲ ਮੋਢੇ ਨਾਲ ਮੋਢਾ ਮਿਲਾਓ। ਖਾਲਸੇ ਵਾਸਤੇ, ਇਹ ਸਿਰਫ ਕਿਸੇ ਇੱਕ ਕਮਿਊਨਿਟੀ ਦੇ ਵਾਸਤੇ ਨਹੀਂ ਹੈ, ਇਹ ਪੂਰੀ ਖਾਲਸੇ ਦੀ ਮਾਂ ਦਾ ਗੁਰਦੁਆਰਾ ਉਹ ਕੰਪਲੈਕਸ ਬਣਨ ਜਾ ਰਿਹਾ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ। ਇਹ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਦਾ ਬਣ ਰਿਹਾ, ਰੋਹਤਾਸ ਫੋਰਟ ਦੇ ਵਿੱਚ ਬਣ ਰਿਹਾ ਔਰ ਇਹ ਪੂਰੀ ਦੁਨੀਆ ਦੇ ਵਾਸਤੇ ਇੱਕ ਐਗਜ਼ਾਮਪਲ ਬਣਨ ਜਾ ਰਹੀ ਹੈ ਕਿ ਸਿੱਖ ਕਮਿਊਨਿਟੀ ਆਪਣੀ ਮਾਂ ਦੇ ਵਾਸਤੇ, ਇਸ ਨਾਨਕੇ ਦੇ ਘਰ ਦੇ ਵਾਸਤੇ ਤੇ ਉਸ ਜਨਮ ਅਸਥਾਨ ਦੇ ਵਾਸਤੇ ਕੀ ਕਰਨਾ ਚਾਹੁੰਦੀ ਹੈ, ਉਹਦੇ ਬਾਰੇ 'ਚ ਆਪਸ ਵਿੱਚ ਤੁਸੀਂ ਇਸ NGO ਦੇ ਨਾਲ ਰਾਬਤੇ ਕਰੋ ਔਰ ਉਹਨਾਂ ਨਾਲ ਮਸ਼ਾਵਰਤ ਕਰੋ, ਡਿਸਕਸ ਕਰੋ ਤੇ ਦੁਨੀਆ ਦੀ ਇੱਕ ਇਹੋ ਜਿਹੀ ਚੀਜ਼ ਸਾਹਮਣੇ ਆਵੇ ਕਿ ਦੁਨੀਆ ਭਰ ਦੇ ਵਿੱਚ ਲੋਕ ਦੇਖਣ ਆਵਨ ਕਿ ਰਾਜਾ ਵਕਾਰ ਦਾ ਜੇਲਮ ਹੈ ਜਿਹੜਾ ਉਹ ਕਿੰਨਾ ਸੋਹਣਾ ਹੈ ਔਰ ਉਹਨਾਂ ਨੇ ਸਾਨੂੰ ਕਿਹੜਾ ਤੋਹਫਾ ਦਿੱਤਾ। ਇਹ ਹੀ ਬਾਬਾ ਜੀ ਸਾਡੀ ਤੇ ਖਾਹਿਸ਼ ਹੈ ਜੀ। ਇਹ ਸਨ ਜੀ ਰਾਜਾ ਵਕਾਰ ਸਾਹਿਬ, ਜਿਨ੍ਹਾਂ ਦੀ ਬਹੁਤ ਵੱਡੀ ਐਫਰਟ ਹੈ। ਇਹ ਜਿਹੜਾ ਅਸਥਾਨ ਹੈ, ਇਹਦੇ ਨਾਲ ਜਿਹੜੀਆਂ ਜਗ੍ਹਾ ਨੇ ਉਹਨਾਂ ਦੇ ਉੱਤੇ ਆ ਕੇ ਇਸ ਤਰੀਕੇ ਨਾਲ ਹੈ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਜਗ੍ਹਾ ਕਲੀਅਰ ਹੋਈ ਇਹ ਕੋਈ ਸੌਖਾ ਕੰਮ ਨਹੀਂ ਹੈ। ਬੇਸ਼ੱਕ ਭਾਵੇਂ ਗਵਰਨਮੈਂਟ ਆਫ ਪਾਕਿਸਤਾਨ ਦਾ ਯੋਗਦਾਨ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੋਗਦਾਨ, ਨਾਲ ਦੀ ਨਾਲ ਹੀ ਅਸੀਂ ਕਹਾਂਗੇ ਕਿ ਵਾਕਿਊ ਟਰਸਟ ਪ੍ਰਾਪਰਟੀ ਬੋਰਡ ਦਾ ਯੋਗਦਾਨ ਹੋਣ ਦੇ ਬਾਵਜੂਦ ਵੀ ਜਦ ਤੱਕ ਲੋਕਲ ਸੰਗਤ ਨਾਲ ਸਾਥ ਨਾ ਦੇਵੇ ਇੱਥੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਾਹਮੀ ਮਸ਼ਾਵਰਤ ਚਾਹੀਦੀ ਹੈ, ਕਨਵਰਸੇਸ਼ਨ ਚਾਹੀਦੀ ਹੈ ਇੱਕ ਦੂਜੇ ਦੇ ਨਾਲ। ਜਿੱਦਾਂ ਕਿ ਆਪਾਂ ਪੁਰਾਤਨ ਦੀ ਗੱਲ ਕੀਤੀ ਹੈ ਕਿ ਪੁਰਾਤਨ ਲੁੱਕ ਜਿਹੜੀ ਹੈ, ਅਗਰ ਤੁਸੀਂ ਦੇਖੋ, ਮੈਂ ਤੁਹਾਨੂੰ ਥੋੜ੍ਹਾ ਜਿਹਾ ਗਾਈਡ ਕਰਨਾ ਚਾਹਾਂਗਾ ਕਿ ਇਹ ਜਿਹੜਾ ਪਾਰਟ ਗ੍ਰੇ ਸਟਰਕਚਰ ਬਾਹਰ ਆਇਆ ਇੱਥੋਂ, ਠੀਕ ਹੈ ਜੀ, ਜਿੱਥੋਂ ਉਹ ਮਿੱਟੀ ਜੀ ਨਜ਼ਰ ਆ ਰਹੀ ਹੈ, ਇਸ ਜਗ੍ਹਾ ਤੇ ਤੁਸੀਂ ਦੇਖੋ ਪੁਰਾਤਨ ਜਿਹੜੀ ਸੀ, ਅਸੀਂ ਜਦੋਂ ਪਹਿਲੀ ਵਾਰੀ ਫੋਟੋ ਜਿਹੜੀ ਕੱਢੀ ਸੀ ਉਹ ਇਸ ਜਗ੍ਹਾ ਦੀ ਇਹ ਬਿਲਕੁਲ ਐਸੇ ਤਰ੍ਹਾਂ ਸੀ। ਇਹ ਦੇਖੋ ਜਿਹੜੀ ਹੈ ਇਸ ਤਰ੍ਹਾਂ ਦਾ ਸੀ। ਇਹ ਤੇ ਸ਼ਾਵਰੀ ਸੰਗਤ ਕਹਿ ਲਵੋ ਹੁਣ ਦੀ ਜਿਹੜੀ ਹੈ ਨਨਕਾਣੇ ਵਾਲੀ ਸੰਗਤ, ਇਹਨਾਂ ਨੇ ਸਾਂਝ ਪਾ ਕੇ ਤੇ ਇਸ ਅਸਥਾਨ ਨੂੰ ਜਿਹੜਾ ਸੀ ਪ੍ਰੀਜ਼ਰਵ ਕੀਤਾ ਸੀ, ਵਰਨਾ ਇਸ ਅਸਥਾਨ ਦੀ ਬਹੁਤ ਮਾੜੀ ਹਾਲਤ ਸੀ। ਟੋਟਲ 8 ਬਾਏ 8 ਦੀ ਜਿਹੜੀ ਹੈ ਜਗ੍ਹਾ ਹੈ ਔਰ 10 ਬਾਏ 10 ਟੋਟਲ ਜਗ੍ਹਾ ਦੀ ਜਿਹੜੀ ਕਿ ਇੰਨਾ ਕੁ ਸਥਾਨ ਬਾਕੀ ਸੀ। ਇਹ ਰਣਜੀਤ ਨਿਗਾਰਾ ਔਰ ਆਪ ਸੰਗਤ ਦੀ ਸਹਿਯੋਗ ਦੇ ਨਾਲ ਇਹ ਜਗ੍ਹਾ ਦੀ ਜਿਹੜੀ ਸੇਵਾ ਹੈ ਉਹ ਸਾਹਮਣੇ ਆ ਰਹੀ ਹੈ। ਤੁਹਾਡੀਆਂ ਅਰਦਾਸਾਂ ਸੁਬਾਹ ਸ਼ਾਮ ਦੀਆਂ ਜਿਹੜੀਆਂ ਤੁਸੀਂ ਅਰਦਾਸਾਂ ਕਰਦੇ ਸੀ ਕਿ ਪੰਥ ਜਿਹੜਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਨਾਨਕ ਨਾਮ ਲੈਵਾ ਨੇ ਉਹ ਅਰਦਾਸ ਕਰਦੇ ਹਨ ਕਿ ਉਹਨਾਂ ਗੁਰੂ ਧਾਮਾਂ ਦੇ ਨਾਲ ਸੰਗਤ ਨੂੰ ਮਤਲਬ ਕਿ ਸੇਵਾ ਦਿੱਤੀ ਜਾਵੇ ਜਿਹੜੀ ਕਿ ਪੰਥ ਤੋਂ ਵਿਛੋੜੇ ਗਏ ਨੇ। ਤੇ ਵਿਛੋੜੇ ਤੋਂ ਮਤਲਬ ਹੈ ਕਿ
47 ਤੋਂ ਬਾਅਦ 80% ਜਿਹੜਾ ਤੁਹਾਡਾ ਹੈਰੀਟੇਜ ਆ ਉਹ ਤਾਂ ਪਾਕਿਸਤਾਨ ਦੇ ਵਿੱਚ ਰਹਿ ਗਿਆ। ਸੋ ਉਹ ਹੈਰੀਟੇਜ ਵਿੱਚ ਬਹੁਤ ਇੰਪੋਰਟੈਂਟ ਗੁਰਦੁਆਰੇ ਨੇ ਜਿਹੜੇ ਕਿ ਇਨ ਲਿਸਟ ਨੇ ਰਣਜੀਤ ਨਿਗਾਰਾ ਦੇ, ਔਰ ਉਹ ਉਸੇ ਸੂਰਤ ਦੇ ਵਿੱਚ ਪੂਰੇ ਹੀ ਤੁਹਾਡਾ ਖੁਆਬ ਹੋ ਸਕਦਾ, ਤੁਹਾਡੀਆਂ ਅਰਦਾਸਾਂ ਹੋ ਸਕਦੀਆਂ ਨੇ ਜਦੋਂ ਤੁਸੀਂ ਰਣਜੀਤ ਨਿਗਾਰਾ ਨੂੰ ਪ੍ਰੋਪਰ ਤਰੀਕੇ ਨਾਲ ਸਪੋਰਟ ਕਰੋਗੇ। ਸਪੋਰਟ ਤੁਸੀਂ ਕਿੱਦਾਂ ਕਰਨਾ ਹੈ ਕਿ ਤੁਸੀਂ ਇਹਨਾਂ ਦੀ ਵੈਬਸਾਈਟ ਜਿਹੜੀ ਹੈ ਰਣਜੀਤ ਨਿਗਾਰਾ ਲਿਖੋ, ਗੂਗਲ ਕਰੋ, ਉਸ ਤੋਂ ਬਾਅਦ ਤੁਸੀਂ ਫੇਸਬੁੱਕ ਪੇਜ ਤੇ ਜਾਓ, YouTube ਤੇ ਜਾਓ, ਔਰ ਉੱਥੋਂ ਜਾ ਕੇ ਤੁਸੀਂ ਇਹਨਾਂ ਦੇ ਨੰਬਰ ਲੈ ਸਕਦੇ ਹੋ। ਤੁਸੀਂ ਕਿਸਮ ਦੀ ਤੁਹਾਨੂੰ ਕੁਐਰੀ ਹੈ, ਕਿਸੇ ਕਿਸਮ ਦੀ ਤੁਹਾਨੂੰ ਕਾਊਂਟੇਬਿਲਿਟੀ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ, ਇਹਨਾਂ ਦੀ ਈਚ ਐਂਡ ਐਵਰੀ ਪੈਨੀ ਜਿਹੜਾ ਉਹ US ਗਵਰਨਮੈਂਟ ਜਿਹੜੀ ਹੈ ਉਹ ਮੋਨੀਟਰ ਕਰ ਰਹੀ ਹੈ। ਤੇ ਅੱਜ ਦਾ ਦਿਨ ਜਿਹੜਾ ਮੈਂ ਕਹਾਂਗਾ ਕਿ ਬਹੁਤ ਹੀ ਭਾਗਾਂ ਭਰਿਆ ਹੈ, ਜਿਹਦੇ ਕਿ ਜਿੱਥੇ ਅਸੀਂ ਲਾਸਟ ਟਾਈਮ ਤੁਹਾਨੂੰ ਦੱਸਿਆ ਸੀ 14 ਤੋਂ 15 ਮਰਲੇ ਜਗ੍ਹਾ ਸੀ, ਅੱਜ 4.5 ਕਨਾਲ ਤੱਕ ਉਹ ਜਗ੍ਹਾ ਪਹੁੰਚ ਚੁੱਕੀ ਹੈ। ਹੋਪ ਜਲਦੀ ਬਾਕੀ ਮਾਮਲਾਤ ਵੀ ਤੈਅ ਪੈਣਗੇ। ਜਿਹੜੇ ਸਾਡੇ ਭਰਾ ਨੇ ਲਾਗੇ ਰਹਿੰਦੇ ਨੇ, ਇਹਨਾਂ ਦੇ ਨਾਲ ਗੱਲਬਾਤ ਹੋਏਗੀ, ਔਰ ਇਹਨਾਂ ਦੀ ਸਾਂਝ ਦੇ ਨਾਲ ਜਿਹੜਾ ਉਹ ਜਗ੍ਹਾ ਜਿਹੜੀ ਹੈ ਵੱਡੀ ਹੋਏਗੀ, ਔਰ ਇੱਥੇ ਆਪਾਂ ਇੱਕ ਵੱਡਾ ਗੁਰੂ ਘਰ ਜਿਹੜਾ ਉਹ ਡਿਜ਼ਾਈਨ ਕਰ ਰਹੇ ਹਾਂ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗ ਸਕੇ ਕਿ ਖਾਲਸਾ ਪੰਥ ਦੀ ਜਿਹੜੀ ਮਾਂ ਹੈ ਉਹਨਾਂ ਦਾ ਜਿਹੜਾ ਨਾਨਕਾ ਘਰ ਹੈ ਉਸ ਜਗ੍ਹਾ ਦੇ ਉੱਤੇ ਇਹ ਕਿੰਨਾ ਸੋਹਣਾ ਔਰ ਕਿੰਨਾ ਸ਼ਾਨਦਾਰ ਗੁਰੂ ਘਰ ਜਿਹੜਾ ਉਹ ਜਦੋਂ ਆਪ ਸੰਗਤਾਂ ਵਿਸਾਖੀ ਤੇ ਆਓ ਕਰੋਗੇ ਜਾਂ ਨਵੰਬਰ ਦੇ ਵਿੱਚ ਤੁਸੀਂ ਆਇਆ ਕਰੋਗੇ ਗੁਰੂਪੁਰਬ ਦੇ ਉੱਤੇ, ਤੇ ਤੁਸੀਂ ਇੱਥੇ ਦਰਸ਼ਨ ਦੀਦਾਰਿਆਂ ਵਾਸਤੇ ਆਓਗੇ ਔਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਿੰਨੀ ਇੰਪੋਰਟੈਂਟ ਪਲੇਸ ਹੈ ਜਿਹਦੇ ਮੁਤਲਕ ਬਹੁਤ ਜ਼ਿਆਦਾ ਸੰਗਤ ਨੂੰ ਵੈਸੇ ਹੀ ਜਾਗ ਰੱਖਣੀ ਹੈ। ਇਹ ਤਾਂ ਸਮਝ ਲਓ ਕਿ 5-7 ਸਾਲ ਹੋਏ ਨੇ ਕਿ ਅਸੀਂ ਵੀਡੀਓਜ਼ ਜ਼ਿਆਦਾ ਪਾਉਂਦੇ ਹਾਂ ਔਰ ਲੋਕਾਂ ਨੂੰ ਪਤਾ ਚੱਲਦਾ ਜਾ ਰਿਹਾ ਕਿ ਅੱਗੇ ਅਵੇਅਰਨੈਸ ਵੱਧਦੀ ਜਾ ਰਹੀ ਹੈ ਇਸ ਚੀਜ਼ ਦੇ ਉੱਤੇ। ਤੇ ਸੋ ਡੋਂਟ ਫੋਰਗੇਟ, ਔਰ ਤੁਸੀਂ ਸ਼ੇਅਰ ਕਰਨਾ ਨਹੀਂ ਭੁੱਲਣਾ, ਲਾਈਕ ਕਰਨਾ ਨਹੀਂ ਭੁੱਲਣਾ, ਔਰ ਨਾਲ ਦੀ ਨਾਲ ਹੀ ਤੁਸੀਂ ਜਿਹੜਾ ਆਪਣਾ ਕਹਿ ਸਕਦੇ ਹੋ ਕਿ ਵਿਚਾਰਧਾਰਾ ਦੀ, ਜਿਸ ਤਰ੍ਹਾਂ ਤੁਹਾਨੂੰ ਮੈਂ ਗੱਲ ਕੀਤੀ ਹੈ ਕਿ ਤੁਸੀਂ ਕਰ ਸਕਦੇ ਹੋ ਰਣਜੀਤ ਨਿਗਾਰਾ ਦੇ ਨਾਲ। ਤੇ ਸੋ ਤੁਸੀਂ ਦੇਖੋ, ਇਹ ਪਿਛਲੀ ਵਾਰੀ ਤੁਹਾਨੂੰ ਅਸੀਂ ਦਿਖਾਇਆ ਸੀ ਸਿਰਫ ਉਹ ਘਰ ਸੀਗਾ, ਤੇ ਆਵਰ ਡ੍ਰੀਮ ਵਾਸ ਕਿ ਅਸੀਂ ਇਹ ਅਗਲਾ ਜਿਹੜਾ ਪਿਛਲਾ ਘਰ ਹੈ ਇੱਥੇ ਉਸ ਵੇਲੇ ਕੁਕਿੰਗ ਸੈਂਟਰ ਬਣਿਆ ਹੋਇਆ ਸੀ, ਯਾਨੀ ਕਿ ਇੱਥੇ ਦੇਗਾਂ ਦੁਗਾਂ ਪੱਕਦੀਆਂ ਸੀ। ਸੋ ਉਹ ਜਗ੍ਹਾ ਵੀ ਖਾਲੀ ਹੋ ਚੁੱਕੀ ਹੈ। ਫਰੰਟ ਵਾਲਾ ਮੱਥਾ ਜਿਹੜਾ ਆਲਮੋਸਟ ਸਾਡੇ ਕੋਲ 40 ਫੀਟ ਹੈ, ਔਰ ਉਸ ਤੋਂ ਬਾਅਦ 100 ਫੁੱਟ ਜਿਹੜਾ ਉਹ ਲੈਂਥ ਦੇ ਵਿੱਚ ਸਾਡੇ ਕੋਲ ਇਹ ਜਗ੍ਹਾ ਮੌਜੂਦ ਹੈ। ਤੇ ਹੁਣ ਵੀ ਅਗਰ ਦੇਖਿਆ ਜਾਏ ਤਾਂ ਇੱਕ ਸੋਹਣੀ ਗੁਰੂ ਘਰ ਦੀ ਬਿਲਡਿੰਗ ਜਿਹੜੀ ਹੈ ਉਹ ਸਾਰੀ ਜਾ ਸਕਦੀ ਹੈ, ਬਟ ਸਾਡੀ ਟੀਮ ਜਿਹੜੀ ਚਾਹੁੰਦੀ ਹੈ ਕਿ ਉਹ ਚਾਰੋਂ ਪਾਸੇ ਜਿਹੜਾ ਇੱਕ ਥੋੜ੍ਹਾ ਜਿਹਾ ਦ੍ਰਿਸ਼ ਹੈ ਉਹ ਵੀ ਖੂਬਸੂਰਤ ਹੋਣਾ ਚਾਹੀਦਾ, ਚਾਰੋਂ ਪਾਸੇ ਜਿਹੜੀ ਲੁੱਕ ਹੈ ਉਹ ਵੀ ਸੋਹਣੀ ਹੋਣੀ ਚਾਹੀਦੀ ਹੈ। ਤੇ ਮੈਨੂੰ ਬਹੁਤ ਹੀ ਖੁਸ਼ੀ ਹੈ, ਔਰ ਇੱਕ ਵਾਰੀ ਤਮਾਮ ਟੀਮ ਨੂੰ ਮੈਂ ਕੰਗ੍ਰੈਚੁਲੇਸ਼ਨਸ ਕਹਾਂਗਾ, ਔਰ ਬਹੁਤ ਸ਼ੁਕਰੀਆ ਰਾਜਾ ਵਕਾਰ ਸਾਹਿਬ, ਔਰ ਨਾਲ ਦੀ ਨਾਲ ਹੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ, ਅਸਿਸਟੈਂਟ ਕਮਿਸ਼ਨਰ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ, ਔਰ ਲੋਕਲ ਸੰਗਤ ਦਾ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਅਸੀਂ ਉਹਨਾਂ ਦੇ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹ ਮਾਮਲਾਤ ਜਿਹੜੇ ਨੇ ਥੋੜ੍ਹੀ ਜਿਹੀ ਦੇਰ ਜ਼ਰੂਰ ਲੱਗ ਰਹੀ ਹੈ, ਕਿਉਂਕਿ ਤੁਹਾਨੂੰ ਪਤਾ ਕਿ ਕੋਈ ਵੀ ਮਾਮਲਾਤ ਹੈ ਅਗਰ ਉਹ 70-80 ਸਾਲ ਤੋਂ ਇੱਕ ਜਗ੍ਹਾ ਹੈ ਉਹਦੇ 'ਤੇ ਲੋਕ ਰਹਿ ਰਹੇ ਨੇ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਥੋੜ੍ਹਾ ਜਿਹਾ ਔਖਾ ਹੁੰਦਾ। ਆਪਣੀ ਜਗ੍ਹਾ ਆਪਣਾ ਘਰ ਜਿੱਥੇ ਕੋਈ ਬੰਦਾ ਰਹਿੰਦਾ ਹੈ ਉਹਨੂੰ ਖਾਲੀ ਕਰਨਾ ਵੀ ਔਖਾ ਹੁੰਦਾ, ਇਸ ਵਾਸਤੇ ਕਨਵਿੰਸ ਕਰਨਾ ਥੋੜ੍ਹਾ ਜਿਹਾ ਔਖਾ ਹੋ ਰਿਹਾ। ਬਾਕੀ ਕੰਮ ਬਹੁਤ ਸਮੂਥਲੀ ਚੱਲ ਰਿਹਾ। ਤੇ ਫਿਰ ਦੁਬਾਰਾ ਗੱਲ ਕਰਦੇ ਹਾਂ ਅਸੀਂ ਰਾਜਾ ਵਕਾਰ ਸਾਹਿਬ। ਬਾਬਾ ਜੀ ਤੁਸੀਂ ਬੜੀ ਖੂਬਸੂਰਤ ਗੱਲ ਕੀਤੀ ਕਿ ਇਹਦੇ ਵਿੱਚ ਸਾਡੇ ਜਿਹੜੇ ਇੱਥੇ ਦੇ ਮਾਮਲਾਤ ਸਨ, ਔਰ ਸਾਨੂੰ ਜਿਹੜੇ ਕਹਿੰਦਾ ਇਸ NGO ਦੇ ਹੈੱਡ ਸਤਪ੍ਰੀਤ ਜੀ ਉਹਨਾਂ ਦੀ ਤਰਫੋਂ ਇਹ ਸਖਤੀ ਨਾਲ ਇੰਸਟਰਕਸ਼ਨ ਸਨ ਕਿ ਅਸਾਂ ਕਿਸੇ ਘਰ ਵਾਲੇ ਨਾਲ ਧੱਕਾ ਨਹੀਂ ਕਰਨਾ। ਠੀਕ ਹੈ ਜੀ, ਅਸੀਂ ਇੱਕ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਬਣਾਉਣ ਜਾ ਰਹੇ ਹਾਂ, ਅਸਾਂ ਇੱਕ ਦੁਨੀਆ ਦੇ ਵਿੱਚ ਇੱਕ ਖੂਬਸੂਰਤ ਚੀਜ਼ ਬਣਾਉਣ ਜਾ ਰਹੇ ਹਾਂ। ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਇੱਥੇ ਦੇ ਮੁਕਾਮੀ ਲੋਕਾਂ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਤਾਵਨ ਕੀਤਾ। ਠੀਕ ਹੈ ਜੀ, ਉਹਨਾਂ ਨੇ ਆਪਣੇ ਇੱਥੇ ਆਪਣਾ ਬਚਪਨ ਗੁਜ਼ਾਰੇ ਹੈ ਤੇ ਉਹਨਾਂ ਨੇ ਇੱਥੇ ਉਹਨਾਂ ਦੀਆਂ ਵੀ ਖਾਲੀ ਕਰਨੇ ਵਾਸਤੇ ਬੜੀਆਂ ਉਹਨਾਂ ਨੂੰ ਜ਼ਿਹਨੀ ਪ੍ਰੋਬਲਮ ਸਨ। ਅਸਾਂ ਉਹਨਾਂ ਚੀਜ਼ਾਂ ਨੂੰ ਕੀਤਾ ਤੇ ਅਸੀਂ ਇਹਦੇ ਵਿੱਚ ਸਪੈਸ਼ਲੀ ਆਰਕੀਓਲੋਜੀ ਦੇ ਇਮਰਾਨ ਸਾਹਿਬ ਉਹਨਾਂ ਦੇ ਬੜੇ ਮਸ਼ਕੂਰ ਹਾਂ ਕਿ ਉਹਨਾਂ ਨੇ ਹਰ ਸਟੈਪ ਬਾਈ ਸਟੈਪ ਸਾਡੇ ਨਾਲ ਤਾਵਨ ਕੀਤਾ। ਆਰਕੀਓਲੋਜੀ ਡਿਪਾਰਟਮੈਂਟ ਔਰ ਇਵਾਕਿਊ ਟਰਸਟ ਪ੍ਰਾਪਰਟੀ ਬੋਰਡ ਜੀ, ਇਹ ਬੇਸਿਕਲੀ ਇਹ ਜਗ੍ਹਾ ਜਿਹੜੀ ਕਿਲੇ ਫੋਰਟ ਦੇ ਅੰਦਰ ਆਉਂਦੀ ਹੈ ਇਹ ਆਰਕੀਓਲੋਜੀ ਦੀ, ਇਹ ਸਾਰੀ ਜਗ੍ਹਾ ਆਰਕੀਓਲੋਜੀ ਦੀ ਹੈ। ਇਹ ਸਾਡੇ ਵਾਸਤੇ ਬੜੀ ਖੁਸ਼ਨਸੀਬੀ ਹੈ ਕਿ ਇਮਰਾਨ ਸਾਹਿਬ ਨੇ ਸਾਡੇ ਨਾਲ ਬਹੁਤ ਜ਼ਿਆਦਾ ਤਾਵਨ ਕੀਤਾ ਤੇ ਰਾਓ ਪਰਵੇਜ਼ ਅਖਤਰ ਸਾਹਿਬ ਡਿਪਟੀ ਕਮਿਸ਼ਨਰ ਜੇਲਮ ਸਾਹਿਬ ਔਰ ਵਕਾਰ ਹੁਸੈਨ AC ਦੀਨਾ ਸਾਹਿਬ, ਇਸ ਤੋਂ ਇਲਾਵਾ ਜੀ ਹਾਂਜੀ ਉਹਨਾਂ ਨੇ ਸਾਡੇ ਨਾਲ ਇਸ ਪੂਰੇ ਇਸ ਸਾਰੇ ਸਿਸਟਮ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਮੀਟਿੰਗਸ ਸਾਡੀਆਂ ਹੋਈਆਂ ਸਨ ਉਹਨਾਂ ਦੇ ਵਿੱਚ ਸਾਡੇ ਨਾਲ ਬੜਾ ਤਾਵਨ ਕੀਤਾ। ਔਰ ਮੈਂ ਆਖਰ ਦੇ ਵਿੱਚ ਇਹ ਕਹਾਂਗਾ ਕਿ ਬਾਬਾ ਜੀ ਹੁਣ ਤੁਸੀਂ
ਆਇੰਦਾ ਚੰਦ ਦਿਨ ਦੇ ਵਿੱਚ ਇੱਕ ਹੋਰ ਪ੍ਰੋਗਰਾਮ ਤੁਸੀਂ ਇੱਥੇ ਕਰਨ ਆਵੋਗੇ ਅੱਛਾ ਜੀ। ਤੇ ਤੁਹਾਡੇ ਚਿਹਰੇ ਦੇ ਉੱਪਰ ਜਿਹੜੀ ਅੱਜ ਮੈਂ ਬੜੇ ਅਰਸੇ ਬਾਅਦ ਇੱਕ ਖੁਸ਼ੀ ਦੇਖੀ ਹੈ ਜੀ ਜੀ। ਉਹ ਇਨਸ਼ਾਅੱਲਾ ਇਸ ਤੋਂ ਜ਼ਿਆਦਾ ਹੋਏਗੀ ਔਰ ਉਹ ਪੈਗਾਮ ਜਿਹੜਾ ਹੋਏਗਾ ਉਹ ਪੂਰੀ ਦੁਨੀਆ ਭਰ ਦੇ ਸਿੱਖਾਂ ਦੇ ਵਾਸਤੇ ਬਹੁਤ ਵੱਡਾ ਪੈਗਾਮ ਹੋਏਗਾ ਕਿ ਅਸੀਂ ਅਗਲੇ ਆਇੰਦਾ ਚੰਦ ਦਿਨਾਂ ਦੇ ਵਿੱਚ ਤੁਹਾਡੇ ਨਾਲ ਵਾਅਦਾ ਕਰਨੇ ਆ ਕਿ ਤੁਹਾਨੂੰ ਇਸ ਤੋਂ ਵੱਡੀ ਹੋਰ ਵੱਡੀ ਖੁਸ਼ਖਬਰੀ ਦਿਆਂਗੇ ਵਾਓ ਜੀ। ਤੇ ਉਹਦੇ ਵਿੱਚ ਸਾਡੇ ਵਾਸਤੇ ਵੀ ਦੁਆ ਕਰਨਾ ਕਿ ਰੱਬ ਸਾਨੂੰ ਇਹ ਕੰਮ ਕਰਨੇ ਦੀ ਤੌਫੀਕ ਦੇਵੇ। ਰਾਏ ਸਾਹਿਬ ਨੇ ਤੇ ਇੱਕ ਹੋਰ ਸਾਨੂੰ ਬੁਝਾਰਤ ਪਾ ਦਿੱਤੀ ਹੈ ਕਿ ਕੁਝ ਦਿਨਾਂ ਬਾਅਦ ਤੁਹਾਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਮੇਰਾ ਤੇ ਦਿਲ ਹੁਣ ਹੀ ਜਿਹੜਾ ਹੈ ਉਹ ਮਚਣ ਲੱਗਣ ਲੱਗ ਪਿਆ ਕਿ ਵੀ ਮੈਂ ਕੀ ਉਹ ਦੱਸਾਂ ਤੇ ਕੀ ਉਹਦੇ ਬਾਰੇ 'ਚ ਕਹਾਂ ਕਿ ਵੀ ਵੱਡੀ ਖੁਸ਼ਖਬਰੀ। ਚਲੋ ਵੱਡੀ ਖੁਸ਼ਖਬਰੀ ਜਦੋਂ ਆਏਗੀ ਬਿਲਕੁਲ ਆਪਾਂ ਫੇਰ ਕੈਮਰਾ ਲੈ ਕੇ ਆਪਣਾ ਪਹੁੰਚਾਂਗੇ ਔਰ ਸੰਗਤ ਦੇ ਰੂਬਰੂ ਕਰਾਂਗੇ। ਕੋਈ ਵੀ ਅਨਕਟਡ ਅਨਐਡੀਟਡ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਤੁਹਾਡੇ ਸਾਹਮਣੇ ਹੋਣਗੀਆਂ ਔਰ ਤੁਸੀਂ ਉਹ ਲਾਈਵ ਤਸਵੀਰਾਂ ਦੇਖੋਗੇ। ਇੱਕ ਵਾਰੀ ਦਰਸ਼ਨ ਕਰ ਲਓ ਜੀ ਫਿਰ ਗੁਰਪਿਆਰੀ ਸੰਗਤ ਜੀ। ਸਾਹਮਣੇ ਜਨਮ ਸਥਾਨ ਹੈ ਜੀ ਮਾਤਾ ਸਾਹਿਬ ਕੌਰ ਜੀ ਦਾ ਔਰ ਇਹ ਜਗ੍ਹਾ ਜਿਹੜੀ ਹੈ ਰਾਈਟ ਸਾਈਡ ਵਾਲੀ ਖਾਲੀ ਹੋ ਚੁੱਕੀ ਹੈ। ਲੈਫਟ ਸਾਈਡ ਵਾਲੀ ਜਗ੍ਹਾ ਜਿਹੜੀ ਹੈ ਉਹਦੇ ਮੁਤਲਕ ਗੱਲਬਾਤ ਚੱਲ ਰਹੀ ਹੈ। ਜਿੱਥੇ ਅਸੀਂ ਖਲੋਤੇ ਹੋਏ ਹਾਂ ਇਹਦੀ ਅਸੀਂ ਲਾਸਟ ਐਪੀਸੋਡ ਦੇ ਵਿੱਚ ਤੁਹਾਨੂੰ ਦਿਖਾ ਚੁੱਕੇ ਹਾਂ। ਕੁੱਲ ਮਿਲਾ ਕੇ 14 ਮਰਲੇ ਤੋਂ 4.5 ਕਨਾਲ ਦੀ ਜਗ੍ਹਾ ਜਿਹੜੀ ਹੈ ਉਹ ਲੈ ਲਿੱਤੀ ਗਈ ਹੈ ਗੁਰੂ ਘਰ ਵਾਸਤੇ ਔਰ ਬਹੁਤ ਜਲਦ ਵੱਡੀਆਂ ਖੁਸ਼ਖਬਰੀਆਂ ਦੁਬਾਰਾ ਲੈ ਕੇ ਤੁਹਾਡੇ ਨਜ਼ਰ ਦੇ ਵਿੱਚ ਹਾਜ਼ਰ ਹੋਵਾਂਗੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆਫ ਦੀ ਮੰਟਿਕਾ ਸਿਟੀ ਕੈਲੀਫੋਰਨੀਆ ਸਟੇਟ USA। ਤਾਂ ਮੈਂ ਹੀ ਕਹਾਂਗਾ ਗੁਰਪਿਆਰੀ ਸੰਗਤ ਜੀ ਤੁਸੀਂ ਜਿੱਥੇ ਜਿੱਥੇ ਮੈਂ ਦੁਨੀਆ 'ਚ ਗਿਆ ਜਿਹੜੀ ਜਿਹੜੀ ਜਗ੍ਹਾ ਤੇ ਗਿਆ 164 ਮੈਂ ਲੈਕਚਰ ਡਿਲੀਵਰ ਕੀਤੇ ਸੀ ਤੇ ਹਰ ਅੱਖ ਨਮ ਸੀ, ਹਰ ਅੱਖ ਦੇ ਵਿੱਚ ਹੰਝੂ ਸਨ। ਅੱਜ ਆਪਣੇ ਹੰਝੂ ਜਿਹੜੇ ਨੇ ਉਹ ਪੂੰਝ ਲਵੋ। ਆਪਣੇ ਹੰਝੂ ਜਿਹੜੇ ਪੂੰਝ ਕੇ ਹੁਣ ਤੁਸੀਂ ਤੁਹਾਡਾ ਸੇਵਾ ਦਾ ਟਾਈਮ ਆ ਗਿਆ ਤੇ ਸੇਵਾ ਤੁਸੀਂ ਕਿੱਦਾਂ ਕਰਨੀ ਹੈ? ਤੁਸੀਂ ਰਣਜੀਤ ਨਿਗਾਰਾ ਨੂੰ ਸਪੋਰਟ ਕਰਨਾ ਹੈ। ਰਣਜੀਤ ਨਿਗਾਰਾ ਦੀ ਫਿਰ ਮੈਂ ਤੁਹਾਨੂੰ ਦੱਸਾਂ ਕਿ ਅਕਾਊਂਟੇਬਿਲਿਟੀ ਇੰਨੀ ਸਖਤ ਹੈ ਕਿ US ਗਵਰਨਮੈਂਟ ਦੁਆਰਾ ਇੱਕ ਇੱਕ ਪਾਈ ਔਰ ਇੱਕ ਇੱਕ ਪੈਨੀ ਦੀ ਜਿਹੜੀ ਹੈ ਉਹ ਮੋਨੀਟਰਿੰਗ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦੇ ਵਿੱਚ ਕਿੰਨਾ ਪੈਸਾ ਕਿਹੜੀ ਚੀਜ਼ ਲਈ ਭੇਜਿਆ ਜਾ ਰਿਹਾ। ਔਰ ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਵੀ ਇਹਦੀ ਇੱਕ ਪੂਰੀ ਰਿਪੋਰਟ ਤੁਹਾਡੇ ਸਾਹਮਣੇ ਵਰਲਡ ਦੇ ਸਾਹਮਣੇ ਆਏਗੀ ਕਿ ਆਪਾਂ ਕੀ ਕੀਤਾ, ਕਿਸ ਤਰ੍ਹਾਂ ਕੀਤਾ ਔਰ ਕਿੰਨੀ ਦੇਰ ਦੇ ਵਿੱਚ ਕੀਤਾ ਔਰ ਕਿਉਂ ਕੀਤਾ ਔਰ ਕਿਵੇਂ ਕੀਤਾ। ਸਾਰਾ ਦਾ ਸਾਰਾ ਤੁਹਾਡੇ ਤੱਕ ਆ ਜਾਏਗਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ ਔਰ ਅਸੀਂ ਤੁਹਾਨੂੰ ਅੱਜ ਦਿਖਾ ਰਹੇ ਸੀ ਜਨਮ ਅਸਥਾਨ ਮਾਤਾ ਸਾਹਿਬ ਕੌਰ ਜੀ ਉੱਥੇ ਦੀ ਵਰਕ ਪ੍ਰੋਗਰੈਸ ਕਿੰਨੀ ਕੁ ਪਹੁੰਚੀ ਹੈ।